ਕਰਕੇ ਸੌ ਖਰਚੇ ਨੇ ਸਾਨੂੰ ਵੈਸੇ ਵੀ ਸਾਨੂੰ ਪਿੰਡ ਚੋਂ ਜਾਂ ਜਿਵੇਂ ਲਾ ਲਓ ਵੀ ਸਾਨੂੰ ਕੋਈ ਨਹੀਂ ਪੈਸਾ ਦਿੰਦਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਲਏ ਕਰਜ਼ ਨੂੰ ਕਿਸ ਤਰ੍ਹਾਂ ਜਿਹੜੀਆਂ ਨੇ ਪਿੰਡਾਂ ਦੀਆਂ ਔਰਤਾਂ ਨੇ ਉਹ ਆਪਣਾ ਕੰਮਕਾਰ ਕਰ ਰਹੀਆਂ ਨੇ, ਚੁੱਲ੍ਹਾ ਚੌਕਾ ਚਲਾ ਰਹੀਆਂ ਨੇ ਜਾਂ ਬਿਮਾਰੀ 'ਤੇ ਉਸ ਨੂੰ ਖਰਚ ਕਰ ਰਹੀਆਂ ਨੇ, ਪਰ ਉਹ ਜਿੰਨੇ ਸਮੇਂ ਲਈ ਕਰਜ਼ ਲਿਆ ਹੋਇਆ ਉਨੇ ਸਾਲ ਲਈ ਜਿਹੜੀ ਹੈ ਗੁਲਾਮ ਹੋ ਕੇ ਰਹਿ ਜਾਂਦੀਆਂ ਨੇ ਅਤੇ ਲਗਾਤਾਰ ਉਸ ਕੰਪਨੀ ਦੇ ਅੰਡਰ ਰਹਿ ਕੇ ਉਹਦਾ ਕਰਜ਼ ਵੀ ਮੋੜਦੀਆਂ ਨੇ ਅਤੇ ਜਿਹੜਾ ਹੈਗਾ ਉਹ ਨਿਰਭਰਤਾ ਜਿਹੜੀ ਹੈ ਉਹ ਕੰਪਨੀਆਂ 'ਤੇ ਜਿਹੜੀ ਉਹਨਾਂ ਦੀ ਬਣੀ ਰਹਿੰਦੀ ਹੈ। ਅਤੇ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਹੋ ਜਿਹੀ ਪਰਿਵਾਰ ਨੂੰ ਜਿਨ੍ਹਾਂ ਨੇ ਜਿਹੜਾ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਕਰਜ਼ ਲੈ ਕੇ ਜਿਹੜਾ ਆਪਣਾ ਜਿਹੜਾ ਕੰਮ ਧੰਦਾ ਚਲਾ ਰਹੇ ਨੇਗੇ ਅਤੇ ਮਿਲਾਉਣ ਜਾ ਰਹੇ ਹਾਂ। ਤੁਹਾਡਾ ਨਾਮ ਕੀ ਹੈ ਜੀ? ਸਿੰਦਰ ਕੌਰ ਹੈ ਜੀ। ਤੁਹਾਡਾ ਨਾਮ ਕੀ ਹੈ ਜੀ? ਕਰਮ ਸਿੰਘ ਜੀ। ਹਾਂਜੀ ਸਿੰਦਰ ਕੌਰ ਜੀ, ਤੁਹਾਨੂੰ ਜਿਹੜਾ ਇਹ ਕਰਜ਼ ਲੈਣ ਦੀ ਜ਼ਰੂਰਤ ਕਿਉਂ ਪਈ ਜੀ? ਇਹ ਜੀ ਸਾਨੂੰ ਤਾਂ ਪਈ ਹੈ ਕਿ ਸਾਡੇ ਘਰ ਦੇ ਬੜਾ ਬਿਮਾਰ ਰਹਿੰਦੇ ਤੇ ਜੀ, ਜਦ ਇਹਨਾਂ ਦਾ ਅਸੀਂ ਇਲਾਜ ਕਰਾ ਲਿਆ ਜੀ ਫਿਰ ਸਾਨੂੰ ਇੱਧਰੋਂ ਚੱਕ ਕੇ ਇੱਧਰ ਦੇਣਾ ਪੈਂਦਾ ਕਰਜ਼ਾ, ਇੱਧਰੋਂ ਚੱਕ ਕੇ ਇੱਧਰ ਦੇਣਾ ਪੈਂਦਾ ਜੀ। ਸਾਡੀਆਂ ਘਰਾਂ ਦੀਆਂ ਬਹੁਤ ਮੁਸ਼ਕਲਾਂ ਨੇਗੀਆਂ, ਸਾਨੂੰ ਇਹ ਪਤਾ ਜਿਵੇਂ ਸਾਡੇ ਨਾਲ ਬੀਤ ਰਹੀਆਂ ਨੇ ਜੀ। ਤੁਹਾਡੇ ਜਿਹੜੇ ਬੱਚੇ ਨੇ ਜੀ ਉਹ ਕਿੰਨੇ ਬੱਚੇ ਆ ਤੁਹਾਡੇ? ਮੇਰੇ ਜੀ 5 ਬੱਚੇ, ਇੱਕ ਗੁੜੀਆ ਵਿਆਹੀ ਆ, ਉਹ ਵੀ ਕਰਜ਼ਾ ਚੱਕ ਕੇ ਵਿਆਹੀ ਆ ਲੋਨ ਲੈ ਕੇ ਜੀ। ਹੁਣ ਜੀ ਬਸ ਅਸੀਂ ਉਹਦਾ ਲੋਨ ਦਾ ਹੀ ਐਂ ਸੋਚੀ ਜਾਂਦੇ ਹੁੰਦੇ ਹਾਂ ਵੀ ਇਹ ਕਿਵੇਂ ਭਰਿਆ ਜਾਵੇ, ਕੋਈ ਮਿਹਨਤ ਨਹੀਂ ਹੈਗੀ ਜੀ ਜਮਾਂ ਵੀ ਸਾਡੇ ਪਿੰਡ ਦੇ ਵਿੱਚ। ਹਾਂਜੀ ਕੰਮ ਕਰ ਰਹੇ ਹਾਂਗੇ, ਫਿਰ ਅਸੀਂ ਉਹੀ ਉਹ ਜੀ ਦਿਹਾੜੀ ਜੋਤਾ ਕਰਕੇ ਫਿਰ ਅਸੀਂ ਇੱਧਰ ਭਰ ਜੰਨੇ ਹਾਂ, ਅਸੀਂ ਚੁੱਲ੍ਹੇ ਕੰਨੀ ਫਿਰ ਚੱਕ ਹੀ ਜਾਂਦੇ ਹਾਂ ਜੀ। ਅਤੇ ਬੇਟਾ ਤੁਹਾਡਾ ਕੋਈ ਹੋਏਗਾ ਜੀ, ਤੁਹਾਡਾ ਲੜਕਾ ਜੋ ਕੋਈ ਕੰਮਕਾਰ ਕਰਦਾ ਹੋਏਗਾ? ਕੰਮ ਨਹੀਂ ਜੀ ਬੱਚਿਆਂ ਵਾਸਤੇ ਹੈਗੇ, ਬੱਚਿਆਂ ਵਾਸਤੇ ਆਹੀ ਨੇ ਜੀ ਆਪਣੇ ਜ਼ਿਮੀਂਦਾਰਾਂ ਦੇ ਦਿਹਾੜੀ ਕਰ ਲਓ, 150 ਰੁਪਏ ਦਿਹਾੜੀ ਹੈ ਜੀ, ਉਹਦੇ ਨਾਲ ਸਾਡਾ ਕਿਹੜਾ ਗੁਜ਼ਾਰਾ ਹੋਣਾ ਜੀ। ਜੀ ਤੁਹਾਡੇ ਪਤੀ ਜਿਹੜੇ ਨੇ ਤੁਸੀਂ ਦੱਸਿਆ ਕਿ ਬਿਮਾਰ ਰਹਿੰਦੇ ਨੇਗੇ, ਤੁਹਾਡੇ ਪਤੀ ਨੂੰ ਕੀ ਬਿਮਾਰੀ ਕੀ ਹੈ ਜੀ? ਇਹ ਜੀ ਪੈੜ ਤੋਂ ਡਿੱਗੇ ਤੇ ਮਿਸਤਰੀ ਨਾਲ ਤੇਗੇ, ਟੂਹੀ ਦੀ ਪ੍ਰੋਬਲਮ ਹੈ, ਟੂਹੀ 'ਚ ਸੱਟ ਵੱਜੀ ਹੋਈ ਆ, ਉਹਦੇ ਕਰਕੇ ਜੀ ਇਹਨਾਂ ਤੋਂ ਕੰਮ ਨਹੀਂ ਹੁੰਦਾ ਜਮਾਂ ਵੀ। ਫਿਰ ਇਹਨਾਂ ਦਾ ਤੁਸੀਂ ਇਲਾਜ ਕਰਾਉਣ ਲਈ ਹੀ ਜਿਹੜਾ ਤੁਸੀਂ ਫਾਈਨਾਂਸ ਕੰਪਨੀਆਂ ਤੋਂ ਫਿਰ ਕਰਜ਼ਾ ਲਿਆ? ਹਾਂਜੀ ਹਾਂਜੀ 25,000 ਦਾ ਲੋਨ ਲੈਤਾ ਜੀ, ਉਹੀ ਇਹਨਾਂ ਤੇ ਲੱਗ ਗਿਆ। ਸਾਨੂੰ ਪਟਿਆਲੇ ਜਾ ਕੇ ਕਹਿੰਦੇ ਵੀ ਇਹਨੂੰ ਐਮਰਜੈਂਸੀ ਲੈ ਜਾਓ, ਅਸੀਂ ਜੀ ਉੱਥੋਂ ਵਾਪਸ ਮੋੜ ਲਏ ਜਾਂ ਸਾਡੇ ਕੋਲੇ ਪੈਸਾ ਖਤਮ ਹੋ ਗਿਆ। ਠੀਕ ਹੈ ਜੀ, ਫਿਰ ਜਿਹੜੇ ਹੈਗੀ ਹੁਣ ਇਲਾਜ ਜਿਹੜਾ ਹੈਗਾ ਉਹ ਹੋਰ ਕਰਜ਼ ਲਿਆ ਹੋਏਗਾ ਜਾਂ ਉਸ ਨਾਲ ਹੀ ਗੁਜ਼ਾਰਾ ਚੱਲ ਰਿਹਾ ਜੀ? ਉਸੇ ਨਾਲ ਚੱਲ ਰਿਹਾ ਜੀ, ਬਸ ਇੱਧਰੋਂ ਚੱਕ ਕੇ ਇੱਧਰ ਨੂੰ ਧੱਕੀ ਜਾਂਦੇ ਹਾਂ ਜੀ। ਜੇ ਸਾਨੂੰ ਉਹ ਤੀਸਰਾ ਟੋਕ ਦਿੰਦਾ ਤਾਂ ਉਹਦੇ ਦੇ ਦਿੰਦੇ ਹਾਂ, ਉੱਧਰੋਂ ਫੇਰ ਜੀ ਇੱਧਰ ਭਰੀ ਜਾਂਦੇ ਹੈਗੇ। ਕਿ ਤਕਰੀਬਨ ਤੁਸੀਂ ਕਿੰਨਾ ਕੁ ਜਾਣੀ ਕਿ ਕਿੰਨੀਆਂ ਕੰਪਨੀਆਂ ਤੋਂ ਕਿੰਨੀ ਵਾਰ ਲੋਨ ਲਿਆ ਹੋਏਗਾ ਜੀ? 4 ਲੋਨ ਲੈਤੇ ਹੋਏ ਨੇ ਜੀ। ਫਿਰ ਉਹਨਾਂ ਨੂੰ ਭਰਨ ਲਈ ਰੁਜ਼ਗਾਰ ਦਾ ਵੀ ਕੋਈ ਸਾਧਨ ਨਹੀਂ ਤੁਸੀਂ ਦੱਸੇ ਹੈਗੇ, ਫਿਰ ਉਹਨੂੰ ਭਰਦੇ ਕਿਸ ਤਰ੍ਹਾਂ? ਬਸ ਜੀ ਮਸਾਂ ਖਿੱਚ ਤੂ ਕੇ ਭਰੀਦੇ ਨੇ ਬਹੁਤ ਮੁਸ਼ਕਲਾਂ ਨਾਲ। ਮਤਲਬ ਕੰਮ ਕੀ ਕਰਦੇ ਹੋ ਤੁਸੀਂ ਉਹਦੇ ਲਈ ਫਿਰ? ਕੰਮ ਆ ਜੀ ਅਸੀਂ ਖੇਤੀ ਦਾ। ਹਾਂਜੀ ਖੇਤੀ ਦਾ, ਜਿਵੇਂ ਕਈ ਵਾਰ ਖੇਤ 'ਚ ਬੰਦਾ ਨਾ ਦਿਹਾੜੀ ਲਈ ਕੋਈ ਮਿਰਚਾਂ ਤੋੜਦਾ। ਹਾਂਜੀ ਮਿਰਚਾਂ ਦਾ, ਹਾਂ ਹੁਣ ਜੀ ਝੋਨਾ ਲਾ ਕੇ ਹਟਿਆਂਗੇ। ਹਾਂਜੀ ਜਿਹੜਾ ਝੋਨਾ ਲਾਉਂਦੇ ਤੇ ਜੀ ਨਾਲ ਦੀ ਨਾਲ ਕਿਸ਼ਤਾਂ ਭਰੀ ਜਾਂਦੇ ਤੇ, ਨਾਲ ਦੀ ਨਾਲ ਕਿਸ਼ਤਾਂ ਭਰੀ ਜਾਂਦੇ ਤੇ। ਫਿਰ ਤਾਂ ਤੁਹਾਡੇ ਜਿਹੜਾ ਗੁਜ਼ਾਰਾ ਵੀ ਜਿਹੜਾ ਗਾ ਬੜੀ ਮੁਸ਼ਕਿਲ ਨਾਲ? ਹਾਂਜੀ ਬਹੁਤ ਮੁਸ਼ਕਲਾਂ ਨਾਲ ਭਰਦੇ ਹਾਂ ਜੀ ਅਸੀਂ, ਆਪਦੇ ਗੁਜ਼ਾਰੇ ਵੀ ਅਸੀਂ ਮਸਾਂ ਟਾਈਮ ਪਾਸ ਕਰ ਰਹੇ ਹਾਂ ਜੀ। ਤੁਸੀਂ ਫਿਰ ਕੋਈ ਸਰਕਾਰ ਤੋਂ ਕੋਈ ਮੰਗ ਕਰਦੇ ਹੋਵੋਗੇ ਵੀ ਜਿਵੇਂ ਕਿਸਾਨਾਂ ਦਾ ਕਰਜ਼ ਮਾਫ ਕਰ ਦਿੰਦੇ ਆ ਜਾਂ ਤਾਂ? ਸਾਡੀ ਕਿਹੜਾ ਸਰਕਾਰ ਸੁਣਦੀ ਹੈ ਜੀ, ਗਰੀਬਾਂ ਦੀ ਨਹੀਂ ਜੀ ਸੁਣਦੀ ਸਰਕਾਰ। ਤੁਸੀਂ ਕਹਿਣਾ ਚਾਹੁੰਦੇ ਹੋਵੋਗੇ ਕੁਝ ਵੀ ਇਸ ਤਰ੍ਹਾਂ ਸਾਨੂੰ ਵੀ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਜੇ ਸਰਕਾਰ ਵੱਲੋਂ ਕੋਈ? ਹਾਂਜੀ ਐਂ ਤਾਂ ਅਸੀਂ ਬੜੇ ਕਹਿੰਦੇ ਆਂਗੇ ਆਪਦਾ ਵੀ ਸਾਨੂੰ ਨਰੇਗਾ ਦਾ ਕੰਮ ਲਗਾਤਾਰ ਦਿਓ, 100 ਦਿਨ ਦਾ ਦਿਓ, ਪਰ ਲਵਾਉਂਦੇ ਨਹੀਂ ਜੀ ਸਾਡਾ 100 ਦਿਨ। ਹਾਂਜੀ ਕਰਮ ਸਿੰਘ ਜੀ, ਤੁਸੀਂ ਜਦੋਂ ਕੰਮ ਕਰਦੇ ਸੀਗੇ ਮਿਸਤਰੀ ਨਾਲ ਤਾਂ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ? ਮੈਂ ਡਿੱਗਿਆ ਤੇ ਜੀ ਪੈੜ ਤੋਂ ਡਿੱਗਿਆ ਹੋਇਆ ਜੀ, ਮੈਂ ਲੋਟ ਨਹੀਂ ਆਇਆ ਵੀ ਮੈਂ ਬਹੁਤ ਔਖਾ ਜੀ। ਮੇਰੇ ਜਿੰਨੇ ਵੀ ਲੋਨ ਲਏ ਹੋਏ ਤੇ ਸਾਰੀ ਮੇਰੇ 'ਤੇ ਹੀ ਲੱਗ ਗਏ। ਹੁਣ ਅਸੀਂ ਕਿੱਥੋਂ ਕਿਸ਼ਤਾਂ ਪੂਰੀਆਂ ਕਰੀਏ ਜੀ ਇਹਨਾਂ ਦੀਆਂ, ਬਹੁਤ ਮੁਸ਼ਕਿਲ ਨਾਲ ਹੋਇਆ ਜੀ। ਗਰੀਬ ਬੰਦਾ ਮੈਂ, ਕੋਈ ਚਾਰਾ ਨਹੀਂ ਚੱਲਦਾ ਜੀ, ਕੋਈ ਪੁੱਛਦਾ ਨਹੀਂ ਪਿੰਡ 'ਚ ਵੀ ਸਾਨੂੰ ਕੰਮ ਮਿਲਣਾ ਚਾਹੀਦਾ ਜੀ। ਹਾਂਜੀ ਤੁਹਾਡਾ ਨਾਮ ਕੀ ਹੈ ਜੀ? ਸੁਖਵਿੰਦਰ ਕੌਰ ਜੀ। ਹਾਂਜੀ ਸੁਖਵਿੰਦਰ ਕੌਰ ਜੀ, ਜਿਵੇਂ ਆਪਾਂ ਅੱਜ ਇੱਥੇ ਗੱਲ ਕਰਨ ਜਾ ਰਹੇ ਹਾਂ, ਜਿਵੇਂ ਫਾਈਨਾਂਸ ਕੰਪਨੀਆਂ ਨੇ ਉਹਨਾਂ ਤੋਂ ਕਰਜ਼ ਲਏ ਹੋਏ ਨੇ, ਤਾਂ ਤੁਸੀਂ ਵੀ ਕੋਈ ਕਰਜ਼ ਲਿਆ ਹੋਇਆ ਜੀ? ਹਾਂਜੀ ਹਾਂ 3 ਕਰਜ਼ੇ ਲਏ ਹੋਏ ਨੇ ਜੀ, ਸਾਡੇ 3 ਲੋਨ ਲਏ ਹੋਏ ਨੇ। ਹਾਂਜੀ 3 ਜਿਹੜੇ ਲੋਨ ਹੈਗੇ ਨੇ, ਤੁਸੀਂ ਇਹ ਫਿਰ ਕਿੰਨੇ ਕੁ ਬਣਦੇ ਆ ਤੁਹਾਡੇ? ਇਹ ਸਾਡੇ ਜੀ ਘੱਟੋ ਘੱਟ 3 ਲੋਨਾਂ ਦੇ 2 ਦੇ ਤਾਂ ਸਾਡੇ ਹੈਗਾ 2-2 ਹਜ਼ਾਰ। ਹਾਂਜੀ
ਤੇ ਇੱਕ ਹੈਗਾ ਸਮਝ ਲਓ ਜਿਹੜਾ ਸਾਡਾ ਨਾਭੇ ਤੋਂ ਲਿਆ ਹੈ, ਉਹਦਾ ਤਾਂ ਜੀ ਕਦੇ ਕਹਿੰਦੇ ਨੇ 10,000 ਭਰੋ, ਕਦੇ 20,000 ਭਰੋ। ਉਹ ਸਾਡਾ ਰੌਲਾ ਚੱਲ ਰਿਹਾ ਜੀ। ਤੇ ਮੇਰੇ 8 ਬੇਟੀਆਂ ਨੇ ਜੀ, 2 ਵਿਆਹੀਆਂ ਹੋਈਆਂ ਨੇ ਤੇ ਦੋਨਾਂ ਦੇ ਕੋਲ 2-2 ਬੱਚੇ ਨੇ ਜੀ। ਉਹਨਾਂ ਦੇ ਸਿਰੇ ਕਰਵਾਏ ਨੇ, ਉਹ ਵੀ ਮੈਂ ਲੋਨ ਲੈ ਕੇ ਕਰਵਾਏ ਨੇ। ਜਿਹੜੇ ਵਿਆਹ ਕਰੇ ਨੇ ਉਹ ਵੀ ਮੈਂ ਲੋਨ ਲੈ ਕੇ ਕਰਵਾਏ ਨੇ ਜੀ ਉਹਨਾਂ ਦੇ। ਫਿਰ ਵੱਡੀ ਕੁੜੀ ਦੀ ਸੱਸ ਮਰ ਗਈ ਜਦ ਵੀ ਅਸੀਂ ਉਹ ਵੀ ਲੋਨ ਲੈ ਕੇ ਕਰਕੇ ਆਏ ਜੀ ਅਸੀਂ ਉੱਥੇ। ਹਾਂਜੀ ਜਿਹੜੀਆਂ ਸਮਝ ਲਾ ਵੀ ਦੂਜੀਆਂ ਪੜ੍ਹਦੀਆਂ ਨੇ ਬੇਟੀਆਂ, ਉਹ ਵੀ ਜੀ ਕਦੇ ਦਿਹਾੜੀ ਜਾਂਦੀਆਂ ਨੇ, ਕਦੇ ਪੋਚੇ ਲਾਉਣ ਜਾਂਦੇ ਆ ਜੀ। ਮੈਂ ਵੀ ਜਾਂਦੀ ਹਾਂ ਜੀ ਪੋਚੇ ਲਾਉਣ। ਵੀ ਘਰੇ ਅਸੀਂ ਗੁਜ਼ਾਰਾ ਤਾਂ ਸਾਡਾ ਜੀ ਲੰਘੀ ਜਾਂਦਾ। ਇੱਧਰੋਂ ਫੜਦੇ ਆ ਇੱਧਰ ਦਿੰਦੇ ਆ, ਇੱਧਰੋਂ ਫੜਦੇ ਆ ਇੱਧਰ ਦਿੰਦੇ ਆ ਜੀ। ਜਾਣੀ ਕਿ ਲੋਨ ਦੀ ਜਿਹੜੀ ਹੈਗਾ ਪੈਸਾ ਤੁਹਾਡਾ, ਉਹਦਾ ਤੁਹਾਡੀਆਂ ਬਿਮਾਰੀਆਂ ਤੇ ਜਾਂ ਤੁਹਾਡੇ ਕੰਮਕਾਰਾਂ ਤੇ ਲੰਘ ਜਾਂਦਾ। ਜਿਹੜਾ ਚੁੱਲ੍ਹਾ ਚੌਂਕਾ ਉਹ ਜਿਹੜਾ ਤੁਸੀਂ ਉਹ ਲੋਕਾਂ ਦੀਆਂ ਫਿਰ ਦਿਹਾੜੀਆਂ ਕਰਕੇ? ਹਾਂਜੀ ਹਾਂ, ਦਿਹਾੜੀ ਕਰਕੇ ਕਿਸੇ ਦੇ ਪੋਚਾ ਲਾਉਂਦੇ ਆ, ਕੋਈ ਤਾਂ ਗੁਜ਼ਾਰਾ ਕਰਦੇ ਆ ਜੀ। ਹਾਂਜੀ ਹਾਂ। ਜਦੋਂ ਲੋਨ ਦੀ ਫਿਰ ਕਿਸ਼ਤ ਇਕੱਠੀਆਂ ਹੋ ਜਾਂਦੀਆਂ ਨੇ ਲੋਨ, ਤਾਂ ਫਿਰ ਉਹਨਾਂ ਨੂੰ ਕਿਵੇਂ ਭਰਦੇ ਹੋ ਤੁਸੀਂ? ਉਹ ਆਈਓ ਜੀ ਕਦੇ ਉੱਧਰੋਂ ਫੜ ਕੇ ਉੱਧਰ ਭਰ ਦਿੰਦੇ ਆ। ਜਦ ਨੂੰ ਉਹ ਤਿਆਰ ਹੁੰਦੇ ਆ ਫਿਰ ਕਿਸੇ ਦੇ ਮੰਗਣੇ ਪੈਂਦੇ ਨੇ ਜੀ। ਕੋਈ ਪੈਸਾ ਨਹੀਂ ਜੀ ਦਿੰਦਾ ਹੈਗਾ। ਜਦ ਕਿਸੇ ਤੋਂ ਮੰਗਦੇ ਆ, ਅਗਲਾ ਕਹਿੰਦਾ ਤਾਂ ਇਹਨਾਂ ਦੇ ਕਿੰਨੇ ਇੰਨੇ ਲੋਨ ਲੈ ਕਿੱਥੋਂ ਭਰੀ ਜਾਣਗੇ, ਕਿੱਥੋਂ ਮੋੜਨਗੇ ਜੀ। ਅਗਲੇ ਆ ਕਹਿੰਦੇ ਨੇ ਇਹਨਾਂ ਦੇ ਕਿਹੜਾ ਕੋਈ ਮੁੰਡਾ ਹੈਗਾ ਵੀ ਤਾਂ ਮੋੜੂਗਾ ਜੀ। ਵੀ ਬੇਟੀਆਂ ਨੇ ਗੀ, ਇਹਨਾਂ ਨੂੰ ਕੰਮ ਨਹੀਂ, ਤੁਹਾਨੂੰ ਪਤਾ ਹੀ ਹੈ ਕੰਮ ਨਹੀਂ ਮਿਲਦਾ ਜੀ। ਹਜੇ ਮੁੰਡੇ ਤਾਂ ਬਾਹਰ ਅੰਦਰ ਦਿਹਾੜੀ ਵਗ ਜਾਂਦੇ ਨੇ, ਕੁੜੀਆਂ ਕਿੱਥੇ ਜਾਣਗੀਆਂ। ਜਿਹੜਾ ਹੈਗਾ ਕਰੋਨਾ ਦੇ ਜਿਵੇਂ ਸਮਾਂ ਚੱਲ ਰਿਹਾ ਜੀ, ਇੱਥੇ ਤਾਂ ਲੋਕਡਾਊਨ ਦੀ ਸਥਿਤੀ ਹੋਈ ਚੱਲ ਰਹੀ ਸੀਗੀ, ਤਾਂ ਕੰਮਕਾਰ ਤਾਂ ਕੋਈ ਹੈ ਨਹੀਂ ਸੀਗਾ, ਬਾਹਰ ਵੀ ਕੰਮਕਾਰ ਬੰਦ ਸੀਗਾ। ਫਿਰ ਤੁਸੀਂ ਇਸ ਸਥਿਤੀ ਵਿੱਚ ਜਿਹੜਾ ਇਹ ਆਪਣਾ ਕੰਮਕਾਰ ਕਿਵੇਂ ਚਲਾ ਰਹੇ ਹੋ? ਇਹ ਜੀ ਸਾਡਾ ਤਾਂ ਬਹੁਤ ਔਖਾ ਦੀ, ਬਾਹਲਾ ਬੁਰਾ ਹਾਲ ਦੀ ਜੀ ਸਾਡਾ ਤਾਂ। ਆਹੀ ਬਸ ਵੀ ਮਾੜਾ ਮੋਟਾ ਕਿਸੇ ਦੇ ਵਗ ਜਾਂਦੇ ਤੇ ਨਹੀਂ, ਕੋਈ ਦੇਣ ਦਾ ਤੇ ਖਾ ਲੈਂਦੇ ਤੇ ਨਹੀਂ ਜੀ। ਬਸ ਭੁੱਖੇ ਤੇ ਬੈਠੇ ਨੇ ਘਰੇ। 6 ਬੇਟੀਆਂ ਨੇ ਜੀ ਮੇਰੀਆਂ। ਤੁਹਾਨੂੰ ਪਤਾ ਹੀ ਹੈ ਜੀ, ਆਟਾ ਹੀ ਦੇਖ ਲਓ ਕਿੰਨਾ ਮਹਿੰਗਾ ਹੋਇਆ ਪਿਆ, ਦਾਲਾਂ ਉਹ ਦੇਖ ਲਓ ਜੀ ਕਿੰਨੀਆਂ ਮਹਿੰਗੀਆਂ ਹੋਈਆਂ ਪਈਆਂ ਨੇ। ਤੇ ਕੋਈ ਲੋਨ ਨਹੀਂ ਸਾਨੂੰ ਦਿੰਦੇ, ਇਹ ਸਰਕਾਰੂ ਵਾਲੇ ਨਹੀਂ ਲੋਨ ਦਿੰਦੇ ਜੀ ਸਾਨੂੰ। ਉਹ ਕਹਿੰਦੇ ਨੇ ਵੀ ਜਾਂ ਗਵਾਹ ਲੈ ਕੇ ਆਓ ਜਾਂ ਕੋਈ ਗਹਿਣੇ ਗੱਪੇ। ਸਾਡੇ ਕੋਲ ਕੀ ਗਹਿਣੇ ਨੇ ਜੀ, ਸਾਡੇ ਕੋਲ ਤਾਂ ਕੁਛ ਨਹੀਂ ਹੈਗਾ। ਜਾਂ ਰਜਿਸਟਰੀਆਂ ਕਹਿਣਗੇ, ਸਾਡੇ ਤਾਂ ਰਜਿਸਟਰੀਆਂ ਵੀ ਨਹੀਂ ਹੈਗੀਆਂ ਜੀ ਬਣੀਆਂ ਹੋਈਆਂ। ਜਿਵੇਂ ਕਈ ਵਾਰ ਜਿਹੜੇ ਸਰਕਾਰੀ ਬੈਂਕਾਂ ਤੋਂ ਕਿਸਾਨ ਨੇ ਜਾਂ ਮਜ਼ਦੂਰ ਨੇ ਉਹ ਕਰਜ਼ਾ ਲੈਂਦੇ ਨੇ, ਉਹਨੂੰ ਮਿਲ ਵੀ ਜਾਂਦਾ ਤਾਂ ਮਾਫ ਵੀ ਹੋ ਜਾਂਦਾ, ਤੇ ਤੁਸੀਂ ਨਹੀਂ, ਤੁਹਾਨੂੰ ਨਹੀਂ ਲੱਗਦਾ ਵੀ ਕਈ ਵਾਰ ਤੁਹਾਡਾ ਵੀ ਮਾਫ ਹੋਣਾ ਚਾਹੀਦਾ ਹੈ ਕਰਜ਼ਾ? ਫਿਰ ਸਾਡੇ ਜੀ ਮਾਫ ਨਹੀਂ ਕਰਦੇ ਜੀ। ਸਾਡੇ ਜੇ ਕੋਈ ਉਹ ਕਰੂ ਤਾਂ ਹੀ ਮਾਫ ਹੋਣਗੇ ਜੀ। ਅਸੀਂ ਐਂ ਤਾਂ ਕਹਿੰਦੇ ਜੀ ਕੋਈ ਮਾਫ ਹੋਣ ਸਾਡੇ ਵੀ ਕਰਜ਼ੇ। ਇਹ ਪਤਾ ਕਹਿੰਦੇ ਨੇ ਵੀ ਤੁਹਾਡੇ ਤਾਂ ਦੂਏ ਲੋਟ ਲਏ ਹੋਏ ਨੇ, ਤੁਹਾਡੇ ਨਹੀਂ ਮਾਫ ਹੁੰਦੇ, ਸਾਨੂੰ ਤਾਂ ਐਂ ਕਹਿ ਦਿੰਦੇ ਨੇ ਜੀ। ਫਿਰ ਤੁਸੀਂ ਜਿਵੇਂ ਕਰੋਨਾ ਦੇ ਦਿਨਾਂ 'ਚ ਤੁਸੀਂ ਆਪਾਂ ਗੱਲ ਕਰਕੇ ਹਟੇ ਹਾਂ ਪਹਿਲਾਂ ਵੀ ਜਿਹੜਾ ਕਰਜ਼ ਜਿਹੜਾ ਹੈਗਾ ਉਹ ਤੁਸੀਂ ਲਿਆ ਹੋਇਆ, ਤਾਂ ਫਿਰ ਕਿਸ਼ਤਾਂ ਕਿਵੇਂ ਭਰਦੇ ਹੋ ਤੁਸੀਂ? ਕਿਸ਼ਤਾਂ ਜੀ ਬਸ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਬਸ ਭਰੀ ਜਾਂਦੇ ਤੇ ਕਦੋਂ ਵੀ ਕਿਧਰੋਂ ਫੜ ਕੇ ਕਿਧਰੋਂ ਫੜ ਕੇ। ਅਗਲੇ ਨੂੰ ਕਹਿੰਦੇ ਤੇ ਵੀ ਫੇਰ ਭਾਈ ਤੁਹਾਨੂੰ ਫੇਰ ਦੇ ਦਾਂਗੇ। ਉਹਨਾਂ ਦੇ ਤਾਂ ਭਰੀਆਂ ਨਹੀਂ ਜੀ ਕਿਸ਼ਤਾਂ, ਉਹ ਲੈ ਕੇ ਜਾਂਦੇ ਰਹੇ ਨੇ ਕਿਸ਼ਤਾਂ ਵੀ ਸਾਨੂੰ ਤਾਂ ਕਿਸ਼ਤਾਂ ਦਿਓ, ਨਹੀਂ ਤੁਹਾਡਾ ਕੋਈ ਸਮਾਨ ਚੱਕ ਕੇ ਲੈ ਕੇ ਜਾਵਾਂਗੇ ਘਰੋਂ। ਅੱਛਾ ਜੀ ਜੀ, ਠੀਕ ਹੈ ਜੀ। ਮਤਲਬ ਤੁਸੀਂ ਕਹਿ ਰਹੇ ਹੋ ਵੀ ਜੇ ਸੋਤੋਂ ਲੋਨ ਨਹੀਂ ਭਰਿਆ ਜਾਂਦਾ ਤਾਂ ਇਹ ਜਿਹੜੇ ਤੁਹਾਡੇ ਘਰ ਪਿਆ ਸੰਦ, ਕੋਈ ਮੋਟਰਸਾਈਕਲ ਖੜਾ ਹੈ, ਹਾਂ ਜੀ, ਅਸੀਂ ਉਹ ਲੈ ਕੇ ਜਾਵਾਂਗੇ ਜੀ, ਵੀ ਸਮਾਨ ਚੱਕਾਂਗੇ ਤੁਹਾਡਾ। ਅੱਛਾ, ਵੀ ਮਤਲਬ ਘਰ ਬੰਦੇ ਆਉਂਦੇ ਨੇ ਉਹ ਚੱਕ ਕੇ ਲੈ ਜਾਂਦੇ? ਹਾਂ ਜੀ ਹਾਂ, ਉਹ ਕਹਿੰਦੇ ਨੇ ਵੀ ਅਸੀਂ ਚੱਕ ਕੇ ਲੈ ਕੇ ਜਾਵਾਂਗੇ, ਵੀ ਨਹੀਂ ਪੈਸੇ ਭਰੋ। ਫਿਰ ਸਾਨੂੰ ਡਰਦੇ ਨੂੰ ਕਦੇ ਕਿਸੇ ਤੋਂ ਫੜਦੇ ਜੀ, ਕਦੇ ਕਿਸੇ ਤੋਂ ਫੜ ਫਿਰ ਭਰਨੇ ਪੈਂਦੇ ਨੇ। ਇਹਨਾਂ ਤੁਹਾਡਾ ਨਾਮ ਕੀ ਹੈ ਜੀ? ਜਸਵਿੰਦਰ ਕੌਰ ਆ ਜੀ। ਠੀਕ ਹੈ ਜੀ। ਹਾਂਜੀ ਜਸਵਿੰਦਰ ਕੌਰ ਜੀ, ਤੁਸੀਂ ਜਿਹੜਾ ਗਾ ਕੋਈ ਕਰਜ਼ ਲਿਆ ਹੋਏਗਾ ਪ੍ਰਾਈਵੇਟ ਜਿਹੜੀ ਬੈਂਕਾਂ ਨੇ, ਫਾਈਨਾਂਸ ਕੰਪਨੀਆਂ ਨੇ? ਹਾਂਜੀ, ਸਾਡੇ 4 ਲੋਨ ਚੱਲਦੇ ਨੇ ਮੈਮ, ਤੇ ਸਾਡੇ 'ਚ ਗਰੀਬੀ ਜ਼ਿਆਦਾ ਜੀ, ਇਸ ਕਰਕੇ ਅਸੀਂ ਲੋਨ ਲੈ ਰਹੇ ਹਾਂ। ਸਾਨੂੰ ਬੱਚੇ ਪੜ੍ਹਾਉਣੇ ਵੀ ਮੁਸ਼ਕਿਲ ਨੇ, ਘਰ-ਬਾਰ ਨਹੀਂ ਸਾਡੇ ਚੱਜ ਦੇ ਹੈਗੇ, ਛੱਤਾਂ ਉਹ ਸਾਡੇ ਡਿੱਗੇ ਹੋਏ ਨੇ। ਇਹ ਸਾਡਾ ਲੋਨ ਜਾਣੀ ਮਾਫ ਹੋਣਾ ਚਾਹੀਦਾ ਜੀ। ਲੋਕਡਾਊਨ ਦੇ ਵਿੱਚ ਸਾਨੂੰ ਕੋਈ ਵੀ ਮਿਹਨਤ, ਕੋਈ ਵੀ ਕੰਮ ਨਹੀਂ ਹੈਗਾ ਜੀ। ਜੇ ਤੁਸੀਂ ਕਦੇ ਸਰਕਾਰੀ ਬੈਂਕ ਕੋਲ ਗਏ ਹੋਵੋਗੇ ਜੀ ਵੀ ਉੱਥੇ ਕਰਜ਼ਾ ਲੈਣ ਲਈ, ਤਾਂ ਸਾਨੂੰ ਕਰਕੇ ਨਹੀਂ ਦਿੰਦੇ ਮੈਡਮ। ਜ਼ਮੀਨ ਭਾਲਦੇ ਨੇ, ਘਰ ਦੇ ਕਾਗਜ਼ ਬਾਰ ਭਾਲਦੇ ਨੇ। ਸਾਡੇ ਕੋਲ ਕਿਹੜਾ ਰਿਸ਼ਤੇ ਵਾਲੇ ਥਾਂ ਨੇ, ਸਾਡੇ ਲਾਲ ਲਖੀਰ ਦੇ ਅੰਦਰ ਨੇ। ਸਾਨੂੰ ਬੈਂਕ ਕਰਜ਼ਾ ਨਹੀਂ ਦਿੰਦੇ ਜੀ। ਅਸੀਂ ਜੇ ਕਹਿੰਦੇ ਵੀ ਸਾਨੂੰ ਡੰਗਰਾਂ 'ਤੇ ਵੀ ਕਰਜ਼ਾ ਦੇ ਦਿਓ, ਤਾਂ ਸਾਨੂੰ ਮਾਲ ਬਸਤੇ ਵੀ ਕਰਜ਼ਾ ਨਹੀਂ ਦੇ ਰਹੀ ਬੈਂਕ। ਠੀਕ ਹੈ ਜੀ। ਫਿਰ ਤੁਸੀਂ ਆਪਣੇ ਜਿਹੜੇ ਕੰਮਕਾਰ ਨੇ, ਜੇ ਕਈ ਵਾਰ ਹੁੰਦਾ ਜਿਵੇਂ ਨਾ ਕੋਈ ਆਪਣਾ ਵਿਆਹ ਸ਼ਾਦੀ ਆ ਗਈ ਜਾਂ ਕੋਈ ਮਰਗਤ ਆ ਗਈ ਜਾਂ ਕੋਈ ਚੁੱਲ੍ਹਾ ਚੌਕਾ ਦਾ ਹੀ ਕੰਮ ਹੈ, ਇਹ ਸਾਰੇ ਫਿਰ ਖਰਚ ਤੁਸੀਂ ਕਿਵੇਂ ਚਲਾਉਂਦੇ ਹੋ? ਫਿਰ ਮੈਡਮ ਅਸੀਂ ਲੋਨ ਲੈ ਕੇ ਚਲਾਉਂਦੇ, ਅਸੀਂ ਕੰਪਨੀਆਂ ਤੋਂ ਲੋਨ ਕਰਾਉਂਦੇ, ਫਿਰ ਅਸੀਂ ਇਹ ਆਪਦੇ ਕਾਰਜ ਸਮਾਰਦੇ ਹਾਂ ਜੀ। ਇਸ ਕਰਕੇ ਸਾਨੂੰ ਕਰਜ਼ੇ ਥੱਲੇ ਆਉਣਾ ਪੈਂਦਾ ਜੀ। ਜੇ ਸਾਡੇ ਕੋਲ ਮਿਹਨਤ ਹੋਵੇ ਜੀ, ਫਿਰ ਅਸੀਂ ਕਰਜ਼ੇ ਥੱਲੇ ਕਿਉਂ ਆਈਏ? ਸਾਨੂੰ ਹੁਣ ਕਿਸ਼ਤਾਂ ਭਰਨੀਆਂ ਕਿੰਨੀਆਂ ਮੁਸ਼ਕਿਲ ਨੇ ਮੈਮ, ਕੰਮ ਨਹੀਂ ਹੈਗਾ। ਲੋਕਡਾਊਨ ਦੇ ਵਿੱਚ ਵੀ ਕਿਸ਼ਤਾਂ ਲਾਈ ਜਾਂਦੇ ਨੇ। ਇਸ ਕਰਕੇ ਬੱਚਿਆਂ ਨੂੰ ਵਧੀਆ ਕੱਪੜੇ, ਵਧੀਆ ਖਾਣਾ ਨਹੀਂ ਜੁੜਦਾ ਜੀ ਸਾਤੋਂ। ਕਿਸੇ ਟਾਈਮ ਤਾਂ ਜੀ ਮਿਰਚ ਚਾਰ ਨਾਲ ਰੋਟੀ ਖਾਣੀ ਪੈਂਦੀ ਹੈ। ਜਿਹੜੀ ਸਰਕਾਰ ਹੈ ਇਹ ਗਰੀਬਾਂ ਵੱਲ ਜਮੀ ਨਹੀਂ ਚੱਕਦੀ।
ਠੀਕ ਹੈ। ਫਿਰ ਜਿਵੇਂ ਤੁਸੀਂ ਲੋਕਡਾਊਨ ਦੀ ਉਹ ਗੱਲ ਕੀਤੀ ਹੈ ਵੀ ਲੋਕਡਾਊਨ ਚੱਲ ਰਿਹਾ ਤੇ ਤਰ੍ਹਾਂ ਕੋਈ ਜਿਹੜਾ ਕੰਮ ਹੈ ਉਹ ਵੀ ਨਹੀਂ ਰਿਹਾ ਹੈਗਾ, ਤਾਂ ਫਿਰ ਕਿਸ਼ਤਾਂ ਕਿਵੇਂ ਭਰਦੇ ਹੋ ਤੁਸੀਂ? ਕਿਸ਼ਤਾਂ ਜੀ ਕਦੇ ਕਿਸ਼ਤੋਂ ਫੜਦੇ ਆ, ਕਦੇ ਕਿਸ਼ਤੋਂ ਫੜਦੇ ਆ, ਮਾੜਾ ਮੋਟਾ ਦੁੱਧ ਪਾਣੀ ਪਾਉਂਦੇ ਆ ਜੀ, ਤਾਂ ਮੂਹਰੇ ਦੁੱਧ ਤੋਂ ਫੜ ਕੇ ਤਾਂ ਕਿਸ਼ਤਾਂ ਦਾ ਚਲਾਉਂਦੇ ਆ ਜੀ। ਪਿਛਲੀ ਵਾਰ ਕਿਸ਼ਤ ਨਹੀਂ ਭਰੀ ਗਈ, ਸਾਨੂੰ ਬਹੁਤ ਜ਼ਿਆਦਾ ਬੋਲੇ ਕੰਪਨੀ ਵਾਲੇ ਵੀ ਕਿਸ਼ਤ ਨਹੀਂ ਭਰਦੇ, ਐਂ ਕਰ ਦਾਂਗੇ ਐਂ ਕਰ ਦਾਂਗੇ। ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਜਦ ਸਾਡੇ ਕੋਲ ਹੈ ਹੀ ਨਹੀਂ, ਅਸੀਂ ਕਿਸ਼ਤ ਕਿੱਥੋਂ ਭਰੀਏ। ਠੀਕ ਹੈ, ਯਾਨੀ ਕਿ ਕਿਸ਼ਤਾਂ ਭਰਾਉਣ ਲਈ ਜਿਹੜੀ ਕੰਪਨੀ ਵਾਲੇ ਬੇਇੱਜ਼ਤੀ ਵੀ ਕਰਦੇ ਹੈਗੇ, ਤੇ ਇਹ ਹੋ ਸਕਦਾ ਵੀ ਜਦੋਂ ਕਿਸ਼ਤ ਆਪਾਂ ਨਾ ਭਰ ਸਕੀਏ ਤਾਂ ਜਿਵੇਂ ਲੋਨ ਹੈ ਆਪਣਾ ਖੜਾ ਹੈਗਾ ਤਾਂ ਕੋਈ ਧਮਕੀ ਵੀ ਦਿੰਦੇ ਹੋਣਗੇ ਜੀ? ਹਾਂਜੀ, ਧਮਕੀ ਦਿੰਦੇ ਨੇ ਵੀ ਫਿਰ ਤੁਹਾਡਾ ਘਰੋਂ ਸਮਾਨ ਲੈ ਜਾਵਾਂਗੇ ਚੱਕ ਕੇ, ਐਂ ਕਰ ਦਾਂਗੇ ਐਂ ਕਰ ਦਾਂਗੇ। ਅਸੀਂ ਕਹਿ ਦਿੰਦੇ ਹਾਂ ਜੀ ਜਿਹੜਾ ਸਮਾਨ ਸਾਨੂੰ ਦਿੰਦਾ ਫਿਰ ਚੱਕ ਕੇ ਲੈ ਜਾਓ, ਸਾਡੇ ਕੀ ਹੈ ਜੀ ਗਰੀਬਾਂ ਦੇ ਮੰਜੇ ਨੇ ਭਾਂਡੇ ਨੇ, ਇਹੀ ਲੈ ਜਾਓਗੇ, ਹੋਰ ਤਾਂ ਸਾਡੇ ਕੋਲ ਕੁਛ ਹੈ ਨਹੀਂ। ਚਾਦਰਾ ਪਾ ਕੇ ਤਾਂ ਮੈਮ ਅਸੀਂ ਸੱਤ ਪਾਈ ਹੋਈ ਆ, ਅਸੀਂ ਕਿੱਥੋਂ ਉਹਨਾਂ ਨੂੰ ਸਮਾਨ ਦੇਵਾਂਗੇ। ਠੀਕ ਹੈ ਜੀ। ਤੇ ਕੰਮਕਾਰ ਕਰਨ ਲਈ ਜਿਵੇਂ ਤੁਹਾਡਾ ਹੋਰ ਕੋਈ ਪਰਿਵਾਰ ਦਾ ਮੈਂਬਰ ਹੋਰ ਕਰਦਾ ਹੋਵੇ ਕੰਮ? ਨਾ ਜੀ ਕੋਈ ਨਹੀਂ ਕਰਦੇ, ਬਸ ਇਕੱਲੇ ਲਾਣੇਦਾਰ ਨੇ ਜੀ, ਇਹੀ ਦਿਹਾੜੀ ਜੁੱਤਾ ਕਰਦੇ ਨੇ, ਕਦੇ ਮਿਲ ਕੇ ਕਦੇ ਨਾ ਮਿਲ ਕੇ। ਠੀਕ ਹੈ ਜੀ। ਉਸ ਨਾਲ ਫਿਰ ਜਿਵੇਂ ਗੁਜ਼ਾਰਾ ਤੁਸੀਂ ਕਹਿੰਦੇ ਬੜੀ ਮੁਸ਼ਕਿਲ ਨਾਲ ਤੁਹਾਡਾ ਇਹ ਚੱਲਦਾ ਹੈਗਾ, ਤੇ ਅੱਗੇ ਹੁਣ ਫਿਰ ਜਿਵੇਂ ਲੋਨ ਜਦੋਂ ਖਤਮ ਹੋ ਜਾਂਦਾ ਹੈਗਾ ਤੇ ਤੁਹਾਡੇ ਕੰਮਕਾਰ ਵੀ ਉਹ ਪੈਂਡਿੰਗ ਹੁੰਦੇ ਨੇ, ਫਿਰ ਕਿਉਂਕਿ ਉਹੀ ਇਹ ਰਿਸ਼ਤੇ ਵਿਆਹ ਸ਼ਾਦੀਆਂ ਵੀ ਉਹੀ ਚੱਲਦੀਆਂ ਰਹਿੰਦੀਆਂ ਨੇ, ਮਰਗਤਾਂ ਵੀ ਚੱਲਦੀਆਂ ਰਹਿੰਦੀਆਂ ਨੇ, ਹੋਰ ਕੰਮਕਾਰ ਵੀ ਤੁਹਾਡੇ ਚੱਲਦੇ ਰਹਿੰਦੇ ਨੇ, ਫਿਰ ਉਸ ਲਈ ਫਿਰ ਤੁਸੀਂ ਕੀ ਹੋਰ ਲੋਨ ਕਰਾਉਂਦੇ ਹੋ? ਫਿਰ ਹੋਰ ਕਰਾਉਣਾ ਪੈਂਦਾ ਮੈਮ, ਲੋਨ ਲੈ ਕੇ ਫਿਰ ਗਾਹਾਂ ਗੁਜ਼ਾਰਾ ਕਰਨਾ ਪੈਂਦਾ ਹੈ। ਜੇ ਲਵੇ ਪੈਸਾ ਹੋਵੇ ਫਿਰ ਕਿਉਂ ਆਪਾਂ ਲੋਨ ਲਈਏ, ਸਰਕਾਰ ਨੂੰ ਕਿਉਂ ਦੁੱਗਣਾ ਆਪਾਂ ਭਰੀਏ, ਸਾਨੂੰ ਦੁੱਗਣਾ ਵਿਆਜ ਲਾ ਕੇ ਲੋਨ ਦਿੰਦੇ ਨੇ ਜੀ। ਠੀਕ ਹੈ ਜੀ। ਤੁਹਾਨੂੰ ਵੀ ਕਦੇ ਦਿੱਕਤ ਆਉਂਦੀ ਹੋਊਗੀ ਕੰਮਕਾਰ, ਜਿਵੇਂ ਕਈ ਵਾਰ ਹੁਣ ਬੰਦੇ ਤੋਂ ਨਹੀਂ ਹੁੰਦਾ, ਜਾਂ ਤੁਹਾਡੇ ਹਸਬੈਂਡ ਨੇ, ਤੁਹਾਡੇ ਪਤੀ ਦੇ ਹੈਗੇ ਨੇ ਜਿਵੇਂ ਦਿਹਾੜੀ ਕਰਦੇ ਨੇ, ਕਈ ਵਾਰ ਉਹਨਾਂ ਵੀ ਹੋ ਸਕਦਾ ਪ੍ਰੋਬਲਮ ਆਉਂਦੀ ਹੋਵੇ, ਤੇ ਉੱਥੇ ਫਿਰ ਤੁਸੀਂ ਕਿਵੇਂ ਕੰਮਕਾਰ ਕਰਦੇ ਹੋਗੇ? ਫਿਰ ਜੀ ਕਈ ਵਾਰੀ ਕਿਸੇ ਜੱਟ ਤੋਂ ਕਰਜ਼ਾ ਲੈਣਾ ਪੈਂਦਾ ਗਾ, ਉੱਥੋਂ ਲੈ ਕੇ ਫਿਰ ਮਤਲਬ ਕਿ ਜੀ ਕੰਮਕਾਰ ਤੋਰਦੇ ਆ, ਫਿਰ ਜਦੋਂ ਕਮਾਉਂਦੇ ਆ ਫਿਰ ਤਾਂ ਉਹਦੇ ਮੋੜਦੇ ਆ ਜੀ। ਠੀਕ ਹੈ ਜੀ। ਸਰਕਾਰ ਤੋਂ ਫਿਰ ਤੁਸੀਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਸਰਕਾਰੀ ਲੋਨ ਮਿਲਣੇ ਚਾਹੀਦੇ ਨੇ ਜੀ, ਸਾਡਾ ਕਰਜ਼ਾ ਮਾਫ ਹੋਣਾ ਚਾਹੀਦਾ, ਤੇ ਸਾਨੂੰ ਕੋਈ ਕੰਮਕਾਰ ਤੇ ਲਾਉਣਾ ਚਾਹੀਦਾ ਵੀ ਜਿਹੜਾ ਅਸੀਂ ਵੀ ਚੰਗੀ ਰੋਟੀ ਖਾ ਸਕੀਏ ਜੀ। ਮਾੜੇ ਮੋਟੀ ਜੀ ਸਬਸਿਡੀ ਹੋਵੇ ਜੀ। ਹਾਂਜੀ, ਪਹਿਲਾਂ ਇੱਕ ਹੁੰਦਾ ਸੀਗਾ ਵੀ ਸਰਕਾਰ ਲੋਨ ਦਿੰਦੀ ਹੁੰਦੀ ਸੀ, ਜਿਵੇਂ ਮੱਛੀ ਫਾਰਮ ਚਲਾਉਣਾ ਕਿਸੇ ਨੇ ਪਸ਼ੂਆਂ ਦਾ ਧੰਦਾ ਸ਼ੁਰੂ ਕਰਨਾ, ਕਿਸੇ ਨੇ ਖੇਸੀਆਂ ਵਗੈਰਾ ਹੋਣੀਆਂ ਨੇ, ਤੇ ਕੀ ਹੁਣ ਇਹ ਜਿਹੜੇ ਸਰਕਾਰ ਇਸ ਤਰ੍ਹਾਂ ਦੇ ਲੋਨ ਦੇਣੇ ਉਸਨੇ ਬੰਦ ਕਰਤੇ? ਕੋਈ ਵੀ ਲੋਨ ਨਹੀਂ ਮਿਲਦਾ ਜੀ। ਅਸੀਂ ਕਈ ਵਾਰੀ ਗੱਲ ਕਰਕੇ ਦੇਖਿਆ ਵੀ ਮਤਲਬ ਕਿ ਜਿਵੇਂ ਅਸੀਂ ਵੀ ਘਰੇ ਰਹਿੰਦੇ ਹਾਂ, ਅਸੀਂ ਮੱਝਾਂ ਗਾਂ ਪਾਈਏ ਵੀ ਸਾਨੂੰ ਲੋਨ ਮਿਲੇ, ਅਸੀਂ ਦੁੱਧ ਤੋਂ ਆਪਦਾ ਗੁਜ਼ਾਰਾ ਵੀ ਕਰੀਏ ਤੇ ਉਹਦੀ ਕਿਸ਼ਤ ਵੀ ਭਰੀਏ, ਇਹੋ ਜਿਹੀ ਕੋਈ ਵੀ ਸਹੂਲਤ ਨਹੀਂ ਹੈਗੀ ਜੀ ਸਾਨੂੰ। ਤੁਸੀਂ ਚਾਹੁੰਦੇ ਵੀ ਸਰਕਾਰ ਇਹ ਜਿਹੜੇ ਹੈਗੇ ਨੇ ਲੋਨ ਇਸ ਤਰ੍ਹਾਂ ਦੇ ਉਹ ਦੇਵੇ ਤੁਹਾਨੂੰ ਇਕੱਠੇ? ਹਾਂਜੀ, ਸਾਨੂੰ ਫਿਰ ਇਹਦੇ ਵਿੱਚ ਫਾਇਦਾ ਗਾ ਜੇ ਦੇਵੇ ਜੀ, ਅਸੀਂ ਆਪਣਾ ਕਾਰੋਬਾਰ ਚਲਾਈਏ, ਅਸੀਂ ਵੀ ਆਪਦੀ ਵਧੀਆ ਜ਼ਿੰਦਗੀ ਗੁਜ਼ਾਰੀਏ। ਇੱਕ ਹੋਰ ਕਿਸਾਨ ਪਰਿਵਾਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ, ਪਰ ਕਿਸਾਨ ਪਰਿਵਾਰ ਤਾਂ ਹੈ ਪਰ ਜ਼ਮੀਨ ਉਹਨਾਂ ਕੋਲ ਜਿਹੜੀ ਉਹ ਨਹੀਂ ਹੈ, ਤੇ ਇਸ ਕਰਕੇ ਉਹਨਾਂ ਨੂੰ ਫਾਈਨਾਂਸ ਕੰਪਨੀਆਂ ਤੋਂ ਹੀ ਕਰਜ਼ ਲੈ ਕੇ ਆਪਣਾ ਜਿਹੜਾ ਗੁਜ਼ਾਰਾ ਜਿਹੜਾ ਕਰਨਾ ਪੈ ਰਿਹਾ ਉਹਨਾਂ ਨੂੰ। ਤੇ ਆਪਾਂ ਪੁੱਛਦੇ ਹਾਂਗੇ ਇਹਨਾਂ ਤੋਂ, ਤੁਹਾਡਾ ਨਾਮ ਕੀ ਹੈ? ਮਨਜੀਤ ਕੌਰ ਹੈ। ਹਾਂਜੀ ਮਨਜੀਤ ਕੌਰ ਜੀ, ਫਿਰ ਤੁਸੀਂ ਜਿਹੜਾ ਹੈਗਾ ਜਿਹੜੀ ਫਾਈਨਾਂਸ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਇਹਨਾਂ ਤੋਂ ਤੁਸੀਂ ਕਰਜ਼ ਲਿਆ ਹੋਇਆ ਜੀ? ਹਾਂਜੀ ਮੈਨੂੰ ਲਿਆ ਹੋਇਆ ਜੀ, ਅਸੀਂ 3-4 ਕੰਪਨੀਆਂ ਤੋਂ ਲਿਆ ਹੋਇਆ ਜੀ। ਫਿਰ ਕਰਜ਼ ਤੁਹਾਨੂੰ ਕਿਉਂ ਲੈਣਾ ਪਿਆ ਜੀ? ਮੈਡਮ ਘਰਾਂ ਦੀਆਂ ਮਜਬੂਰੀਆਂ ਨੇ ਜੀ, ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਸਾਰਾ ਕੁਝ ਕਰਨਾ ਪੈਂਦਾ, ਸਾਨੂੰ ਕਿਹੜਾ ਕੋਈ ਸਰਕਾਰੀ ਲੋਨ ਮਿਲਦਾ ਜੀ, ਵੀ ਅਸੀਂ ਤਾਂ ਹੁਣ ਘਰ ਤੋਰਨੇ ਹੁੰਦੇ ਨੇ, 100 ਖਰਚੇ ਨੇ ਸਾਨੂੰ। ਵੈਸੇ ਵੀ ਸਾਨੂੰ ਪਿੰਡ ਚੋਂ ਜਾਂ ਜਿਵੇਂ ਲਾ ਲਓ ਵੀ ਸਾਨੂੰ ਕੋਈ ਨਹੀਂ ਪੈਸਾ ਦਿੰਦਾ, ਅਗਲਾ ਕਹਿੰਦਾ ਕਿੱਥੋਂ ਮੋੜਨਗੇ, ਵੀ ਇਸ ਕਰਕੇ ਸਾਨੂੰ ਫਿਰ ਕੰਪਨੀਆਂ ਤੋਂ ਲੋਨ ਲੈਣਾ ਪੈਂਦਾ ਜੀ। ਠੀਕ ਹੈ ਜੀ। ਫਿਰ ਇਹ ਤੁਸੀਂ ਕਈ ਲੇਡੀਜ਼ ਆਪਸ ਵਿੱਚ ਮਿਲ ਕੇ ਲੈਂਦੇ ਹੋਵੋਗੇ? ਹਾਂਜੀ ਹਾਂ, ਇਹ ਗਰੁੱਪ ਦੇ ਥਰੂ ਲਿਆ ਜਾਂਦਾ ਜੀ। ਗਰੁੱਪ ਕਿਵੇਂ ਲੈਂਦੇ ਹੋ? ਜਿਵੇਂ ਲਾ ਲਓ ਵੀ 10 ਮੈਂਬਰ ਕਰਕੇ ਫਿਰ ਅਸੀਂ ਇਹ ਗਰੁੱਪ ਬਣਾਉਣੇ ਆ ਜੀ, ਇੱਕ ਗਰੁੱਪ ਦੇ ਥਰੂ ਲੈਂਦੇ ਅਸੀਂ ਇਹ। ਹਾਂਜੀ। ਉਹ ਫਿਰ ਜਿਹੜਾ ਲੋਨ ਹੈ ਫਿਰ ਕਿੰਨਾ ਹੁੰਦਾ ਜੀ ਕੁੱਲ? ਇਹ ਜੀ ਲੋਨ ਦੇ ਉਹਦੇ ਨਾਲ ਆ ਵੀ ਕੰਪਨੀਆਂ ਦੇ ਹਿਸਾਬ ਨਾਲ ਕੋਈ 20,000 ਤੋਂ ਚੱਕਦੇ ਨੇ, ਕੋਈ 40 ਤੋਂ ਚੱਕਦੇ ਨੇ, ਕੋਈ 30 ਤੋਂ ਚੱਕਦੇ ਨੇ ਜੀ। ਪਹਿਲਿਆਂ 'ਚ ਜਿਵੇਂ ਪਹਿਲੀ ਵਾਰ ਦੇਣਾ ਉਹਨਾਂ ਨੇ ਲੋਨ, ਤੇ ਹੁੰਦਾ 2 ਸਾਲ ਵਾਸਤੇ ਇਹ। ਉਹ ਫਿਰ ਜਿੰਨੇ ਮੈਂਬਰ ਹੋਣਗੇ ਉਹਨਾਂ ਚੋਂ ਫਿਰ ਵੰਡਿਆ? ਹਾਂ ਨਹੀਂ ਸਭ ਨੂੰ ਜਿਵੇਂ ਅਲੱਗ-ਅਲੱਗ ਮਿਲੂਗਾ ਜੀ, ਬਸ ਜ਼ਿੰਮੇਵਾਰੀ ਹੋਊਗੀ ਗਰੁੱਪ ਦੀ ਇੱਕ ਦੂਜੇ ਦੀ ਵੀ, ਜਿਵੇਂ ਕੋਈ ਕਿਸ਼ਤ ਨਹੀਂ ਕਿਸੇ ਦੀ ਭਰਦਾ ਤਾਂ ਗਰੁੱਪ ਦੀ ਜ਼ਿੰਮੇਵਾਰੀ ਆ। ਜਿਵੇਂ ਤੁਸੀਂ 10 ਬੀਬੀਆਂ ਜੁੜ ਕੇ ਆਪਸ ਵਿੱਚ ਲੋਨ ਲੈ ਲੈਂਦੇ ਹੋ ਜੀ, ਜੇ ਸਪੋਜ਼ ਕਰੋ ਤਾਂ 2 ਜਾਂ 3 ਬੀਬੀਆਂ ਨੇ ਜਿਹੜੀਆਂ ਉਹ ਛੱਡ ਜਾਂਦੀਆਂ ਨੇ, ਉਸ ਲੋਨ ਨੂੰ ਨਹੀਂ ਭਰ ਪਾਉਂਦੀਆਂ, ਤਾਂ ਫਿਰ ਉਹ ਬਾਕੀ ਦਾ ਲੋਨ ਦਾ ਕੀ ਬਣਦਾ ਜੀ? ਬਾਕੀ ਉਹ ਫਿਰ ਗਰੁੱਪ ਤੋਂ ਭਰਵਾਉਂਦੇ ਨੇ ਜੀ ਲੋਨ, ਗਰੁੱਪ ਦੀ ਜ਼ਿੰਮੇਵਾਰੀ ਲੈ ਕੇ ਲੋਨ ਦਿੰਦੇ ਨੇ ਲੇਡੀਜ਼ ਨੂੰ, ਤੇ ਉਹਨਾਂ ਤੋਂ ਹੀ ਬਸ ਵੀ ਭਰਵਾਉਂਦੇ ਨੇ, ਫਿਰ ਉਹ ਭਰਨੇ ਪੈਂਦਾ ਲੋਨ ਉਹਨਾਂ ਨੂੰ ਪੂਰਾ ਕਰਨ। ਜਿਵੇਂ ਵਿਆਹ ਸ਼ਾਦੀ ਆ ਜਾਂਦੀ ਆ, ਜਾਂ ਤਾਂ ਕੋਈ ਮਰਗਤ ਆ ਗਈ, ਜਾਂ ਕੋਈ ਪਰਿਵਾਰ ਦਾ ਗੁਜ਼ਾਰਾ ਚਲਾਉਣਾ, ਜਾਂ ਕੋਈ ਬੱਚਿਆਂ ਨੂੰ ਹੀ ਪੜ੍ਹਾਉਣਾਗਾ, ਫਿਰ ਇਹ ਸਾਰੇ ਖਰਚੇ ਵੀ ਕਿੱਥੋਂ ਕਰਦੇ ਹੋ? ਬਸ ਮੈਡਮ ਕੀ ਹੈ ਜੀ, ਦਿਹਾੜੀ ਜੋਤਾ ਜੀ ਵਿੱਚ ਹੁਣ ਕਿਸ਼ਤਾਂ ਹੋ ਜਾਂਦੀਆਂ ਨੇ ਜੀ,
ਵੀ ਬਾਕੀ ਜਿਵੇਂ ਹੁਣ ਚੱਲ ਲਾ ਲਓ ਵੀ ਮਜ਼ਦੂਰੀਆਂ ਕਿੰਨੀਆਂ ਕੁ ਮਿਲਦੀਆਂ ਨੇ, ਬਹੁਤ ਔਖੇ ਹੋ ਕੇ ਅਸੀਂ ਲੋਨ ਭਰ ਰਹੇ ਹਾਂ, ਨਾਲੇ ਲੈਣੇ ਵੀ ਜ਼ਰੂਰ ਆ ਪਰ ਲੈਣਾ ਵੀ ਪੈਂਦਾ, ਪਰ ਅਸੀਂ ਭਰਦੇ ਵੀ ਬਹੁਤ ਔਖੇ ਹਾਂ। ਕੋਈ ਹੋਰ ਨਹੀਂ ਇਸ ਤਰ੍ਹਾਂ ਦਾ ਹੈਗਾ ਜਿਵੇਂ ਸਰਕਾਰੀ ਬੈਂਕ ਹੈਗੀ ਹੈ ਤੁਹਾਨੂੰ ਲੋਨ ਦਿੰਦੀ ਹੋਵੇ ਜੀ? ਨਹੀਂ ਸਾਨੂੰ ਕੋਈ ਸਰਕਾਰੀ ਬੈਂਕ ਨਹੀਂ ਲੋਨ ਦਿੰਦੀ, ਕਿਉਂਕਿ ਮੈਡਮ ਸਾਡੇ ਕੋਲੇ ਕੋਈ ਜ਼ਮੀਨ ਜਾਇਦਾਦ ਦਾ ਨਹੀਂ ਸਾਧਨ ਹੈਗਾ, ਬਿਲਕੁਲ ਸਾਡੇ ਕੋਈ ਜ਼ਮੀਨ ਨਹੀਂ ਹੈਗੀ, ਇਸ ਕਰਕੇ ਸਾਨੂੰ ਕੋਈ ਸਰਕਾਰੀ ਲੋਨ ਨਹੀਂ ਮਿਲਦਾ। ਤੇ ਜਿਹੜੇ ਲੋਕਡਾਊਨ ਦੇ ਦੌਰਾਨ ਤਾਂ ਇਹ ਸੀ ਵੀ ਦਿਹਾੜੀਆਂ ਵੀ ਬੰਦ ਹੋ ਗਈਆਂ ਸੀ ਜੀ, ਤੇ ਕੋਈ ਹੈ ਵੀ ਨਹੀਂ ਕੰਮਕਾਰ ਇਸ ਤਰ੍ਹਾਂ ਦਾ ਵੀ ਕਿਤੇ ਕੰਮ ਕਰਕੇ ਜਿਹੜਾ ਬੰਦਾ ਹੈਗਾ ਉਹ ਕਮਾਈ ਕਰੇ ਤੇ ਲੋਨ ਦੀ ਕਿਸ਼ਤਾਂ ਭਰੇ, ਤਾਂ ਇਸ ਦੌਰਾਨ ਫਿਰ ਤੁਸੀਂ ਕਿਸ਼ਤਾਂ ਕਿਵੇਂ ਪੂਰੀਆਂ ਕੀਤੀਆਂ? ਕਿਸ਼ਤਾਂ ਉਸ ਟਾਈਮ ਬੰਦ ਕਰਤੀਆਂ ਜੀ, ਹੁਣ ਉਹ ਸਾਨੂੰ ਲਾ ਲਓ ਵੀ ਭਰਨੀਆਂ ਪੈਣਗੀਆਂ, ਚਾਹੇ ਦੁੱਗਣਾ ਵਿਆਜ ਲਾ ਕੇ ਭਰਨੀਆਂ ਪੈਣ, ਉਹ ਕਹਿੰਦੇ ਨੇ ਵਿਆਜ ਵੀ ਲੱਗੂਗਾ। ਔਰ ਭਰ ਰਹੇ ਹਾਂ ਹੁਣ ਵੀ, ਜਿਵੇਂ ਹੁਣ ਲਾ ਲਓ ਕੰਮ ਚਾਲੂ ਹੋਏ ਨੇ, ਪਹਿਲਾਂ ਅਸੀਂ ਉਹਨਾਂ ਨੂੰ ਬੇਨਤੀ ਉਹ ਕਰੀ ਆ ਵੀ ਸਾਡੀ ਮਜਬੂਰੀ ਆ ਜੀ, ਵੀ ਅਸੀਂ ਭਰ ਨਹੀਂ ਸਕਦੇ, ਸਿਰਫ ਉਹੀ 2 ਮਹੀਨਿਆਂ ਵਾਸਤੇ, ਹੋਰ ਨਹੀਂ। ਜਿੱਦਣ ਤੋਂ ਲੋਕਡਾਊਨ ਖੁੱਲ੍ਹ ਗਿਆ ਉਦੋਂ ਤੋਂ ਅਸੀਂ ਕਿਸ਼ਤਾਂ ਫਿਰ ਔਖੇ ਸਖਾਲੇ ਹੋ ਕੇ ਭਰ ਰਹੇ ਹਾਂ ਜੀ, ਨਹੀਂ ਸਾਨੂੰ ਉਹ ਮਜਬੂਰ ਕਰਦੇ ਨੇ, ਕਹਿੰਦੇ ਨੇ ਕੁਰਕੀ ਕਰਾਂਗੇ, ਫਲਾਣਾ ਕਰਾਂਗੇ, ਤੁਹਾਨੂੰ ਪਤਾ ਹੀ ਹੈ ਜੀ ਹੁਣ ਕੰਪਨੀਆਂ ਦਾ। ਠੀਕ ਹੈ ਜੀ, ਇਸ ਲਈ ਵੀ ਦਿਹਾੜੀ ਜਿਵੇਂ ਕਈ ਦੇਖਿਆ ਹੈਗਾ, ਸੁਣਿਆ ਵੀ ਹੈਗਾ, ਜੇ ਬੀਬੀਆਂ ਨੇ ਜਿਹੜੀਆਂ ਕਈ ਵਾਰ ਕੋਈ ਮਿਰਚਾਂ ਤੋੜਨ ਜਾਂਦੀ ਹੈ ਜਾਂ ਬਾਹਰ ਕਿਤੇ ਉਹ ਜੀਰੀ ਲਾਉਣ ਚਲੇ ਗਿਆ, ਇਸ ਤਰ੍ਹਾਂ ਦਾ ਕੰਮ ਕਰਨਾ ਪੈਂਦਾ ਹੋਵੇਗਾ? ਨਹੀਂ ਹਾਂ ਵੈਸੇ ਕਰਦੇ ਆ ਜੀ, ਪਰ ਹੁਣ ਮੈਂ ਥੋੜੀ ਜਿਹੀ ਬਿਮਾਰ ਰਹਿਣ ਕਰਕੇ ਮੇਰੇ ਤੋਂ ਨਹੀਂ ਬਣਦਾ ਹੈਗਾ ਜੀ, ਵੀ ਚਲੋ ਘਰ ਦਾ ਹੀ ਆ ਬਸ, ਮੈਂ ਤਾਂ ਡੰਗਰ ਪਸ਼ੂ ਰੱਖ ਲੈਣੇ ਇੱਕ ਅੱਧਾ, ਜਿੰਨਾ ਕੁ ਆਪਦੇ ਜੋਗਰਾ ਗੁਜ਼ਾਰਾ, ਫਿਰ ਹੁਣ ਕਰ ਵੀ ਨਹੀਂ ਸਕਦੇ ਜੀ, ਹੁਣ ਨਾ ਤਾਂ ਇੰਨੀ ਜ਼ਮੀਨ ਜਾਇਦਾਦ ਤਾਂ ਕੋਈ ਹੈਗੀ ਆ ਵੀ ਅਸੀਂ ਡੰਗਰ ਵੀ ਨਹੀਂ ਜ਼ਿਆਦਾ ਰੱਖ ਸਕਦੇ, ਵੀ ਜੇ ਜ਼ਮੀਨ ਜਾਇਦਾਦ ਹੋਵੇ ਫਿਰ ਅਸੀਂ ਡੰਗਰ ਰੱਖ ਲਈਏ, ਚਲੋ ਆਇਆ ਵੀ ਮਾੜਾ ਮੋਟਾ ਸਾਡੇ ਘਰ ਦਾ ਸਰਕਲ ਚੱਲੀ ਜਾਵੇ। ਸਰਕਾਰ ਤੋਂ ਤੁਸੀਂ ਮੰਗ ਕਰਦੇ ਹੋਵੋਗੇ, ਜਿਵੇਂ ਹੋਰ ਕਿਸਾਨ ਨੇ, ਮਜ਼ਦੂਰ ਨੇ, ਕਈ ਵਾਰ ਉਹਨਾਂ ਦਾ ਕਰਜ਼ ਮਾਫ ਹੋ ਜਾਂਦਾ ਤੇ ਤੁਸੀਂ ਵੀ ਕਿਸਾਨੀ ਉਹਦੇ ਵਿੱਚ ਹੀ ਆਉਂਦੇ ਹੋਗੇ, ਤੁਸੀਂ ਮੰਗ ਕਰਦੇ ਹੋਗੇ ਤੁਹਾਡਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਾਵੇ? ਹਾਂਜੀ ਹਾਂ, ਅਸੀਂ ਵੀ ਕਹਿੰਦੇ ਆ ਜੀ, ਸਾਡਾ ਤਾਂ ਵੈਸੇ ਕੋਈ ਇਹ ਨਿੱਜੀ ਜਿਹੜੀਆਂ ਕੰਪਨੀਆਂ ਨੇ ਲੋਨ ਮਾਫ ਨਹੀਂ ਕਰਦੀਆਂ, ਪਰ ਸਾਡੀ ਬੇਨਤੀ ਆ ਵੀ ਸਾਡੇ ਵੀ ਲੋਨ ਮਾਫ ਕਰੋ, ਜਦ ਹੋਰ ਕਿਸਾਨਾਂ ਦੇ ਲੋਨ ਮਾਫ ਹੁੰਦੇ ਨੇ ਸਾਡਾ ਵੀ ਲੋਨ ਮਾਫ ਕਰੋ, ਕੋਈ ਨਾ ਕੋਈ ਵੀ, ਜਿਵੇਂ ਸਾਨੂੰ ਵੀ ਕੋਈ ਮਾੜਾ ਮੋਟਾ ਸੁੱਖ ਦਾ ਸਾਹ ਆ ਜਾਵੇ। ਔਰ ਇਹ ਵੀ ਤੁਸੀਂ ਮਤਲਬ ਮੰਗ ਕਰਦੇ ਹੋਵੋਗੇ ਕਿ ਵੀ ਜਿਹੜੀ ਇਹ ਸਰਕਾਰ ਹੈਗੀ ਤੁਹਾਨੂੰ ਵੱਖਰੇ ਤਰੀਕੇ ਨਾਲ ਹੋਰ ਕੋਈ ਆਪਣੇ ਬਿਹਾਵ ਤੇ ਜਿਹੜਾ ਲੋਨ ਦੇ? ਹਾਂਜੀ ਹਾਂ, ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਵੀ ਸਾਡੀਆਂ ਵੀ ਮਾੜੇ ਮੋਟੇ ਘਰਾਂ ਵੱਲ ਨਿਗਾਹ ਮਾਰਨ, ਇਹ ਥੋੜਾ ਜ਼ਰੂਰੀ ਹੈ ਵੀ ਵੋਟਾਂ ਵੇਲੇ ਦੇਖਣ, ਉਹ ਸਾਨੂੰ ਕੋਈ ਦੇਖਦਾ ਨਹੀਂ ਆ ਕੇ। ਹੁਣ ਸਾਡੇ ਘਰ ਦੀ ਹਾਲਾਤ ਦੇਖ ਲਓ ਤੁਸੀਂ, ਅਸੀਂ ਦੋਏ ਜੀ ਬਿਮਾਰ ਹਾਂ ਜੀ, ਸਾਡੇ ਉਹੀ ਇੱਕੋ ਹੀ ਜਾਣੇ ਕਮਾਉਣ ਵਾਲੇ ਨੇ, ਦੋਨਾਂ ਦੀਆਂ ਬਿਮਾਰੀਆਂ ਨੇ, ਦੋਨਾਂ ਦੀਆਂ ਦਵਾਈਆਂ ਚੱਲਦੀਆਂ ਨੇ, ਵੀ ਇਸ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਵੀ ਸਾਡਾ ਵੀ ਮਾੜਾ ਮੋਟਾ ਦੇਖੋ ਆ ਕੇ ਤੁਸੀਂ, ਸਾਡਾ ਅਸੀਂ ਨਰਕ ਭਰੀ ਜ਼ਿੰਦਗੀ ਜਿਉ ਰਹੇ ਹਾਂ। ਇਹ ਸਨ ਉਹ ਔਰਤਾਂ ਜਿਨ੍ਹਾਂ ਨੇ ਜੇ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਜਿਹੜੇ ਪੈਸੇ ਲਏ ਹੋਏ ਨੇ, ਤੇ ਉਹ ਪੈਸੇ ਨਾਲ ਹੀ ਉਹ ਜਾਂ ਜਿਵੇਂ ਕਿਸੇ ਬੇਟੀ ਦੀ ਸ਼ਾਦੀ ਕਰਨੀ ਹੈ, ਘਰ ਦਾ ਕੋਈ ਹੋਰ ਕੰਮਕਾਰ ਕਰਨਾ ਹੈ, ਜਾਂ ਇਹ ਕੋਈ ਮਰਗਤ ਆ ਗਈ, ਜਾਂ ਫਿਰ ਕੋਈ ਹੋਰ ਕਾਰ ਵਿਹਾਰ ਹੋ ਗਿਆ, ਜਾਂ ਉਹਨਾਂ ਨੂੰ ਪੜ੍ਹਾਈ ਕਰਾਉਣੀ ਹੈ ਬੱਚੇ ਨੂੰ, ਜਾਂ ਫਿਰ ਆਪਣੀ ਬਿਮਾਰੀ 'ਤੇ ਹੀ ਖਰਚ ਕਰਨਾ, ਇਹ ਸਾਰੇ ਹੀ ਖਰਚੇ ਜਿਸ ਤਰ੍ਹਾਂ ਦੇ ਹੈਗੇ ਨੇ ਖਰਚੇ ਨੇ, ਇਹ ਸਾਰੇ ਹੀ ਲੋਨ ਦੇ ਜ਼ਰੀਏ, ਲੋਨ ਭਰ ਕੇ, ਲੋਨ ਦੀਆਂ ਜਿਹੜੀਆਂ ਹੈਗੀਆਂ ਨੇ ਲੈ ਕੇ ਲੋਨ ਕੰਪਨੀਆਂ ਤੋਂ, ਫਿਰ ਇਹ ਆਪਣਾ ਕੰਮਕਾਰ ਚਲਾ ਰਹੇ ਨੇ। ਪਰ ਨਾਲ ਇਹ ਫਿਰ ਉਹਨਾਂ ਦੀ ਕਿਸ਼ਤਾਂ ਉਤਾਰਨ ਲਈ ਜਿਹੜੀ ਦਿਹਾੜੀ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਜਿਸ ਨਾਲ ਕਿ ਇਹ ਡਬਲ ਜਿਹੜੀ ਹੈ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਨੇ, ਕਿਉਂਕਿ ਨਾ ਤਾਂ ਸਰਕਾਰ ਇਹਨਾਂ ਦੀ ਕੋਈ ਮਦਦ ਕਰ ਰਹੀ ਹੈ, ਨਾ ਬੈਂਕ ਹੀ ਕੋਈ ਇਹਨਾਂ ਨੂੰ ਕੋਈ ਲੋਨ ਦਿੰਦੀ ਹੈ, ਨਾ ਕੋਈ ਪਿੰਡ 'ਚ ਹੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਜਿਹੜਾ ਇਹਨਾਂ ਦੀ ਕੋਈ ਮਦਦ ਕਰ ਸਕੇ। ਤਾਂ ਇਹ ਸਰਕਾਰ ਤੋਂ ਹੀ ਸਾਰੇ ਲੋਕ ਮੰਗ ਕਰਦੇ ਨੇ ਵੀ ਕਿਉਂ ਨਾ ਇਹਨਾਂ ਦੀ ਬਾਂਹ ਫੜੀ ਜਾਵੇ ਤੇ ਇਹਨਾਂ ਨੂੰ ਕੋਈ ਵੱਖਰਾ ਜਿਹੜਾ ਰੁਜ਼ਗਾਰ ਤੋਰਨ ਲਈ, ਉਸ ਰੁਜ਼ਗਾਰ ਤੋਰਨ ਦੇ ਲਈ ਕੋਈ ਲੋਨ ਜਿਹੜਾ ਹੈਗਾ ਉਹ ਦਿੱਤਾ ਜਾਵੇ, ਜਿਸ ਨਾਲ ਕਿ ਇਹ ਕੰਮ ਧੰਦਾ ਆਪਣਾ ਚਲਾ ਸਕਣ ਤੇ ਆਪਣਾ ਗੁਜ਼ਾਰਾ ਜਿਹੜਾ ਕਰ ਸਕਣ। ਇਹ ਫਾਈਨਾਂਸ ਕੰਪਨੀਆਂ ਤੋਂ ਜਿਹੜਾ ਕਰਜ਼ਾ ਲਿਆ ਹੈ, ਜਿਸ ਨਾਲ ਕਿ ਉਹ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੀਆਂ ਨੇ, ਉਹਨਾਂ ਦੇ ਮਸਲਿਆਂ ਨੂੰ, ਉਹਨਾਂ ਦੀਆਂ ਉਸ ਤਰ੍ਹਾਂ ਮੰਗਾਂ ਨੂੰ ਉਠਾਉਣ ਲਈ ਜਿਹੜੇ ਮਜ਼ਦੂਰ ਆਗੂ ਨੇ ਕਸ਼ਮੀਰ ਸਿੰਘ ਜੀ ਗੁਦਾਈਆ, ਉਹ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਕਰਜ਼ੇ ਮਾਫ ਹੋ ਜਾਣ, ਜਾਂ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਕਰਜ਼ਾ ਮਿਲੇ। ਤਾਂ ਆਪਾਂ ਪੁੱਛਦੇ ਹਾਂ ਉਹਨਾਂ ਨੂੰ, ਗੁਦਾਈਆ ਜੀ ਨੂੰ, ਵੀ ਤੁਸੀਂ ਇਸ 'ਤੇ ਕੀ ਕੰਮ ਕੀਤਾ ਜੀ? ਹਰਵਿੰਦਰ ਜੀ, ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਕਿਰਤੀ ਔਰਤਾਂ ਨੇ, ਉਹਨਾਂ ਨੇ ਫਾਈਨਾਂਸ ਕੰਪਨੀਆਂ ਤੋਂ 3-3 4-4 ਲੋਨ ਲਏ ਹੋਏ ਨੇ। ਉਹ ਲੋਨ ਜਿਹੜੇ ਨੇ ਉਹਨਾਂ ਨੂੰ ਇਸ ਕਰਕੇ ਲੈਣੇ ਪੈ ਰਹੇ ਨੇ ਕਿ ਉਹ ਬੈਂਕ ਕੋਲ ਜਾਂਦੇ ਨੇ, ਬੈਂਕ ਉਹਨਾਂ ਦੇ ਲੋਨ ਨਹੀਂ ਕਰਦੀਆਂ। ਉਹ ਇਸ ਕਰਕੇ ਨਹੀਂ ਕਰਦੀਆਂ ਵੀ ਜਾਂ ਤਾਂ ਕੋਈ ਸਿਕਿਉਰਿਟੀ ਦਿਓ ਜਿਹੜੀ ਤੁਸੀਂ ਦੇ ਸਕਦੇ ਹੋ, ਕੋਈ ਜ਼ਮੀਨ ਦੀ, ਜਾਂ ਕੋਈ ਘਰ ਦਿਖਾਓ, ਘਰ ਦੀ ਰਜਿਸਟਰੀ ਦਿਓ, ਜਾਂ ਫਿਰ ਰਿਟਰਨ ਭਰਦੇ ਹੋ। ਜੇ ਕਿਰਤੀ ਰਿਟਰਨ ਭਰਦਾ ਹੋਵੇ ਜਾਂ ਸਿਕਿਉਰਿਟੀ ਦੇ ਸਕਦਾ ਹੋਵੇ, ਫਿਰ ਉਹਨੂੰ ਲੋਨ ਦੀ ਲੋੜ ਨਹੀਂ ਪੈਂਦੀ ਹੈਗੀ। ਇਸ ਕਰਕੇ
ਪਹਿਲਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਜਿਹੜੀਆਂ ਸਹੂਲਤਾਂ ਸੀ ਉਹ ਖੋਲ੍ਹੀਆਂ ਸਾਰੀਆਂ, ਜਿਵੇਂ ਮਜ਼ਦੂਰ ਘਰਾਂ 'ਚ ਰੇਹੜਾ ਦੇ ਦਿੱਤਾ ਜਾਂਦਾ ਸੀ, ਰੇਹੜਾ ਲੈਣ ਵਾਸਤੇ ਪੈਸੇ ਦੇ ਦਿੰਦੇ ਸੀ, ਪਿਗ ਫਾਰਮ ਬਣਾਉਣਾ, ਸੂਰ ਫਾਰਮ ਬਣਾਉਣਾ ਲੋਨ ਕਰ ਦਿੰਦੇ ਸੀ, ਜਾਂ ਛੋਟਾ ਕੋਈ ਪੋਲਟਰੀ ਫਾਰਮ ਖੋਲ੍ਹਣਾ ਲੋਨ ਕਰ ਦਿੰਦੇ ਸੀ, ਜਾਂ 1-2 ਮੱਝਾਂ ਲੈਣੀਆਂ ਨੇ ਉਹ ਲੋਨ ਕਰ ਦਿੰਦੇ ਸੀ। ਉਹ ਸਰਕਾਰ ਨੇ ਟੋਟਲ ਬੰਦ ਕਰਤੇ। ਉਹ ਬੰਦ ਹੋਣ ਕਰਕੇ ਪਿੰਡ 'ਚ ਖੇਤੀ ਦਾ ਮਸ਼ੀਨੀਕਰਨ ਹੋ ਗਿਆ। ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਖੇਤੀ 'ਚ ਕੰਮ ਘਟ ਗਿਆ। ਇਸ ਕਰਕੇ ਪਹਿਲਾਂ ਖੇਤ ਮਜ਼ਦੂਰ ਸੱਦਦੇ ਸੀ ਇਹਨਾਂ ਨੂੰ, ਹੁਣ ਉਹ ਖੇਤ ਮਜ਼ਦੂਰ ਨਾ ਹੋ ਕੇ ਜਿਹੜੇ ਉਹਨਾਂ ਦੇ ਘਰ ਦੇ ਨੇਗੇ ਮਰਦ ਕਿਰਤੀ ਨੇ, ਉਹ ਸ਼ਹਿਰ ਜਾਂਦੇ ਨੇ, ਚਾਹੇ ਉਸਾਰੀ 'ਚ ਕੰਮ ਕਰਨ ਜਾਂਦੇ ਨੇ, ਉਹਨਾਂ ਨੂੰ ਉਸਾਰੀ 'ਚ ਜਿਹੜਾ ਉਹ ਕੰਮ ਨਹੀਂ ਮਿਲਦਾ, ਕਿਤੇ 10 ਦਿਨ ਲੱਗ ਗਏ 1 ਮਹੀਨੇ 'ਚ। ਇਸ ਕਰਕੇ ਫਿਰ ਇੱਕੋ ਇੱਕ ਰਸਤਾ ਇਹਨਾਂ ਕੋਲੇ ਬਚਦਾ, ਕਿਉਂਕਿ ਫਾਈਨਾਂਸ ਕੈਪੀਟਲ ਜਿਹੜਾ ਦੰਦਰਾਉਂਦਾ ਫਿਰਦਾ ਦੁਨੀਆ ਦੇ ਵਿੱਚ, ਉਹ ਫਾਈਨਾਂਸ ਕੈਪੀਟਲ ਤੋਂ ਫਿਰ ਜਿਹੜੀਆਂ ਖੁੰਭਾਂ ਵਾਂਗੂ ਉੱਗੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਨੇ, ਉਹਨਾਂ ਕੋਲ ਦੇ ਮੱਕੜ ਜਾਲ 'ਚ ਜਾਂਦੀਆਂ ਨੇ, ਔਰਤਾਂ ਹੀ ਫਸਦੀਆਂ ਨੇ। ਉਹ 10-10 ਦੇ ਗਰੁੱਪ ਦਾ ਲੋਨ ਕਰਾ ਲੈਂਦੇ ਨੇ, ਤੇ 10-10 ਦੇ ਗਰੁੱਪ ਦਾ ਲੋਨ ਕਰਾ ਕੇ ਉਹਨਾਂ ਨੂੰ ਮਤਲਬ ਉਹਨਾਂ ਦਾ ਲੋਨ ਸੇਫ ਹੋ ਜਾਂਦਾ ਵੀ ਜੇ 1 ਜਾਂ 2 ਔਰਤਾਂ ਉਹਦੇ ਵਿੱਚੋਂ ਲੋਨ ਨਹੀਂ ਭਰਨਗੀਆਂ ਤਾਂ ਉਹਨਾਂ ਦੀ 8 ਦੀ ਜ਼ਿੰਮੇਵਾਰੀ ਉਹਨਾਂ 2 ਔਰਤਾਂ ਦਾ ਲੋਨ ਭਰਵਾਉਣ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ। ਤੇ ਸਰਕਾਰ ਜਿਵੇਂ ਹੁਣ ਕਿਸਾਨੀ ਦਾ ਕਰਜ਼ਾ ਮਾਫ ਕਰਨ ਦਾ ਚੋਣਾਂ 'ਚ ਵਾਅਦਾ ਕੀਤਾ ਸੀ, ਜੇ ਮਜ਼ਦੂਰਾਂ ਦਾ ਇਹ ਕਿਰਤੀ ਔਰਤਾਂ ਦਾ ਕਰਜ਼ਾ ਵੀ ਸਰਕਾਰ ਨੂੰ ਮਾਫ ਕਰਨਾ ਚਾਹੀਦਾ। ਕਈ ਵਾਰੀ ਸਵਾਲ ਆ ਜਾਂਦਾ ਕਿ ਕਿਰਤੀ ਔਰਤਾਂ ਨੇ ਤਾਂ ਬੈਂਕਾਂ ਤੋਂ ਲੋਨ ਨਹੀਂ ਲਿਆ, ਬੈਂਕਾਂ ਨੇ ਉਹਨਾਂ ਨੂੰ ਲੋਨ ਦਿੱਤੇ ਹੀ ਨਹੀਂ, ਇੱਕ ਮਜਬੂਰੀ ਬਸ ਉਹਨਾਂ ਨੂੰ ਫਾਈਨਾਂਸ ਕੰਪਨੀਆਂ ਕੋਲ ਜਾਣਾ ਪਿਆ, ਗੋਡੇ ਟੇਕਣੇ ਪਏ ਸਮਝ ਲਓ। ਜੇ ਸਰਕਾਰਾਂ ਲੋਨ ਕਰ ਦਿੰਦੀਆਂ ਕੰਮ ਚਲਾਉਣ ਵਾਸਤੇ, ਫਿਰ ਉਹ ਫਾਈਨਾਂਸ ਕੰਪਨੀਆਂ ਕੋਲੇ ਨਾ ਜਾਂਦੇ। ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਿੰਨੀਆਂ ਵੀ ਫਾਈਨਾਂਸ ਕੰਪਨੀਆਂ ਇੱਥੇ ਰਜਿਸਟਰਡ ਨੇ ਜਾਂ ਜਿਹੜੀਆਂ ਰਜਿਸਟਰਡ ਨਹੀਂ ਉਹਨਾਂ ਨੂੰ ਜੁਰਮਾਨੇ ਲਾਉਣ, ਜਿਹੜੀਆਂ ਰਜਿਸਟਰਡ ਨਹੀਂ, ਜਿਹੜੀਆਂ ਸਰਕਾਰ ਕੋਲ ਟੈਕਸ ਅਦਾ ਕਰਦੀਆਂ ਨੇ ਭਰਦੀਆਂ ਨੇ, ਉਹਨਾਂ ਦਾ ਲੋਨ ਦੀ ਜਿਹੜੀ ਸਰਵੇ ਕਰੇ ਵੀ ਕਿੰਨੇ ਲੋਕਾਂ ਨੇ ਪੰਜਾਬ ਦੇ ਵਿੱਚ ਇਹ ਲੋਨ ਲਿਆ ਹੋਇਆ, ਕਿੰਨੀਆਂ ਔਰਤਾਂ ਨੇ ਲਿਆ ਹੋਇਆ, ਕਿੰਨੀਆਂ ਕੰਪਨੀਆਂ ਦਾ ਪੈਸਾ ਜਿਹੜਾ ਔਰਤਾਂ ਦੇ ਕੋਲ ਗਿਆ ਹੋਇਆ, ਇਹ ਲੋਨ ਮਾਫ ਕੀਤਾ ਜਾ ਸਕਦਾ ਸਰਕਾਰ। ਇਸ ਕਰਕੇ ਸਾਡੀ ਜਥੇਬੰਦੀ ਇਹ ਚਾਹੁੰਦੀ ਹੈ ਕਿ ਇਹ ਲੋਨ ਜਿਹੜਾ ਦੇ ਮੱਕੜ ਜਾਲ ਵਿੱਚੋਂ ਕੱਢਣ ਵਾਸਤੇ ਪੇਂਡੂ ਮਜ਼ਦੂਰਾਂ ਦਾ ਜਿਹੜਾ ਖਾਸ ਕਰਕੇ ਔਰਤਾਂ ਦੇ ਪੱਕੇ ਕੰਮ ਦਾ ਪ੍ਰਬੰਧ ਵੀ ਕਰੇ। ਜੇ ਪੱਕੇ ਕੰਮ ਦਾ ਪ੍ਰਬੰਧ ਕਰਦੀ ਹੈ ਤਾਂ ਇਹ ਮੱਕੜ ਜਾਲ ਦੇ ਵਿੱਚੋਂ ਨਿਕਲ ਸਕਦੇ ਨੇ ਲੋਨ 'ਚੋਂ। ਨਹੀਂ ਜੇ ਕੰਮ ਦਾ ਪ੍ਰਬੰਧ ਹੀ ਨਹੀਂ, ਜੇ ਇਹਨਾਂ ਨੇ ਕੰਮ ਲਈ ਮਾਰੇ ਫਿਰਨਾ, ਇਹਨਾਂ ਦੇ ਧੀਆਂ ਪੁੱਤਾਂ ਨੂੰ ਕੋਈ ਰੁਜ਼ਗਾਰ ਨਹੀਂ, ਕੰਮ ਨਹੀਂ ਦੇਣਾ, ਫਿਰ ਇਹ ਬਾਰ-ਬਾਰ ਜਿਹੜੇ ਨੇ ਫਾਈਨਾਂਸ ਕੰਪਨੀਆਂ ਕੋਲੇ ਕਿਰਤੀ ਔਰਤਾਂ ਜਾਣਗੀਆਂ ਤੇ ਬਾਰ-ਬਾਰ ਇਸ ਮੱਕੜ ਜਾਲ ਦੇ ਵਿੱਚ ਫਸਦੀਆਂ ਜਾਣਗੀਆਂ। ਇਹਨਾਂ ਦੀ ਦਿਨੋਂ ਦਿਨ ਹਾਲਤ ਜਿਹੜੀ ਆ ਉਹ ਪਤਲੀ ਹੁੰਦੀ ਜਾ ਰਹੀ ਹੈ, ਬਿਮਾਰੀਆਂ ਘੇਰ ਰਹੀਆਂ ਨੇ, ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਘੇਰ ਰਹੀਆਂ ਨੇ, ਮਤਲਬ ਇਹ ਇਲਾਜ ਕਰਾਉਣ ਤੋਂ ਸਮਰੱਥ ਨੇ ਮਜ਼ਦੂਰ। ਇਸ ਲਈ ਸਾਡੀ ਜਥੇਬੰਦੀ ਸਰਕਾਰ ਤੋਂ ਇਹ ਚਾਹੁੰਦੀ ਹੈ ਵੀ ਇਹਨਾਂ ਦਾ ਲੋਨ ਸਟੱਡੀ ਕਰੇ ਪੰਜਾਬ ਸਰਕਾਰ, ਤੇ ਇਹਨਾਂ ਦਾ ਲੋਨ ਮਾਫ ਕਰੇ, ਤੇ ਇਹਨਾਂ ਨੂੰ ਕਰਜ਼ੇ ਦੇ ਇਸ ਮੱਕੜ ਜਾਲ 'ਚੋਂ ਬਚਾਉਣ ਦਾ ਯਤਨ ਕਰਨਾ ਚਾਹੀਦਾ ਸਰਕਾਰ ਨੂੰ। ਇਹ ਸਾਡੀ ਮੰਗ ਹੈ।